दुनिया भर की सिख संगत ਜਾਂ गैर सिख गैर पंजाबी ਉਹ ਇੱਥੋਂ ਲੰਘਦੇ ਹੋਣਗੇ ਵੇਖਦੇ ਹੋਣਗੇ ਇਹ ਕਿਰਪਾਨਾਂ ਪਾ ਕੇ ਪੱਗਾਂ ਬੰਨ੍ਹ ਕੇ ਉੱਤੇ ਧਰਤੀ ਸਿੰਘ ਲਿਖਿਆ ਹੋਇਆ ਬੈਠੇ ਕਿਉਂ ਹੈ ਜਾ ਕੇ ਸਾਡੀ ਹਾਲਤ ਵਾਕਿਆ ਭਿਖਾਰੀਆਂ ਵਰਗੀ ਕਰ ਦਿੱਤੀ ਇਹਨਾਂ ਤਾਨਾਸ਼ਾਹੀ ਸੋਚ ਵਾਲੇ ਹੁਕਮਰਾਨਾਂ ਨੇ। ਹੁਣ ਫੌਜਾਂ ਵੀ ਭਰਤੀ ਕਰ ਲਈਆਂ, ਫੌਜਾਂ ਅੰਦਰ ਲੜਨ ਦਾ ਜਜ਼ਬਾ ਕਿੱਥੋਂ ਪੈਦਾ ਹੋਵੇਗਾ? ਕਿਵੇਂ ਲੜਾਇਆ ਜਾਵੇਗਾ ਉਹਨਾਂ ਨੂੰ? ਕਿਵੇਂ ਉਹਨਾਂ ਦੇ ਅੰਦਰ ਜੋਸ਼ ਭਰਿਆ ਜਾਵੇ? ਕਿਵੇਂ ਮੁੰਡੇ ਜਿਹੜੇ ਆ ਉਹਨਾਂ ਘਰਾਂ ਚੋਂ ਨਿਕਲ ਕੇ ਆਏ ਨੇ ਜਿਨ੍ਹਾਂ ਘਰਾਂ ਦੇ ਵਿੱਚ 700 ਸਾਲ ਦੀ ਗੁਲਾਮੀ ਦੇ ਸੰਗਲ ਜਕੜੇ ਹੋਏ ਨੇ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦੁਤਕਾਰਿਆ ਜਾਂਦਾ ਹੈ, ਉਹਨਾਂ ਦੇ ਮੂੰਹ ਦੇ ਵਿੱਚ ਪਾਨਾਂ ਵਾਲਾ ਤੁਕ ਤੁਕਿਆ ਜਾਂਦਾ ਹੈ, ਉਹਨਾਂ ਨੂੰ ਘੋੜੇ ਤਾਂ ਕੀ ਕੋਈ ਖੋਤੇ ਤੇ ਚੜ੍ਹਨ ਦੀ ਸਵਾਰੀ ਨਹੀਂ ਕਰਨ ਦਿੰਦਾ, ਉਹਨੂੰ ਜੁੱਤੀ ਨਹੀਂ ਪਾਉਣ ਦਿੰਦਾ। ਜਿਹੜੀਆਂ ਪਹਿਲੋਂ ਕੁਰੀਤੀਆਂ ਪਈਆਂ ਜੰਜੀਰਾਂ ਨੇ ਉਹਨਾਂ ਨੂੰ ਤੋੜ ਕੇ ਬਾਹਰ ਨਿਕਲ ਆਵੇ, ਉਹਦੇ ਵਾਸਤੇ ਢਾਡੀ ਇੱਕ ਚਾਹੀਦਾ ਸੀ ਜਿਹੜਾ ਮਾਲਕ ਨੇ ਕਿਰਪਾ ਕੀਤੀ। ਉਹਦਾ ਕਾਰਨ ਇਹ ਆ ਕਿ ਜੇਕਰ ਢਾਡੀ ਕਲਾ ਖਤਮ ਹੋ ਗਈ ਤੇ ਜਿਹੜੇ ਥੋੜੇ ਬਹੁਤ ਯੋਧੇ ਅੱਜ ਤੁਹਾਨੂੰ ਮਿਲ ਜਾਂਦੇ ਆ ਮੈਦਾਨ ਚ ਉਤਰਨ ਵਾਸਤੇ ਵੀ ਨਹੀਂ ਮਿਲਣਗੇ। ਦੁਨੀਆ ਭਰ ਦੀ ਸਿੱਖ ਸੰਗਤ ਜਾਂ ਗੈਰ ਸਿੱਖ ਗੈਰ ਪੰਜਾਬੀ ਉਹ ਇੱਥੋਂ ਲੰਘਦੇ ਹੋਣਗੇ ਵੇਖਦੇ ਹੋਣਗੇ ਵੀ ਇਹ ਕਿਰਪਾਨਾਂ ਪਾ ਕੇ ਪੱਗਾਂ ਬੰਨ੍ਹ ਕੇ ਉੱਤੇ ਢਾਡੀ ਸਿੰਘ ਲਿਖਿਆ ਹੋਇਆ ਬੈਠੇ ਕਿਉਂ ਆ ਇੱਥੇ ਆਖਰ ਤਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ? ਮੇਰਾ ਨਾਮ ਭੁਪਿੰਦਰ ਸਿੰਘ ਪਾਰਸਮਣੀ ਹੈ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪ੍ਰਚਾਰ ਸਿੱਖੀ ਦਾ ਨਹੀਂ ਹੋ ਰਿਹਾ, ਘੱਟ ਹੋ ਰਿਹਾ, ਪ੍ਰਚਾਰ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਇਹ ਅਸੀਂ ਆਮ ਹੀ ਮੀਡੀਆ 'ਚ ਦੇਖਦੇ ਹਾਂ ਔਰ ਬੜਾ ਜ਼ੋਰ ਵੀ ਲੱਗ ਰਿਹਾ ਸੰਸਥਾਵਾਂ ਦਾ, ਮਤਲਬ ਬਹੁਤ ਵੱਡੀ ਮਾਤਰਾ ਦੇ ਵਿੱਚ ਮਾਇਆ ਜਿਹੜੀ ਹੈਗੀ ਇਕੱਠੀ ਕਰਕੇ ਸੰਸਥਾਵਾਂ ਤੁਹਾਡੇ ਸਾਡੇ ਵਰਗੀਆਂ ਉਹ ਪ੍ਰਚਾਰਕਾਂ ਨੂੰ ਸੱਦਦੀਆਂ, ਪਰ ਜਦੋਂ ਪ੍ਰਚਾਰਕ ਹੀ ਇਸ ਤਰ੍ਹਾਂ ਸੜਕਾਂ ਦੇ ਉੱਤੇ ਬਹਿ ਜਾਣ ਵੀ ਸਾਡੇ ਹੱਕ ਨਹੀਂ, ਉਹ ਜਿੰਦਾਬਾਦ ਮੁਰਦਾਬਾਦ ਧਰਨੇ ਲਾ ਕੇ ਲਾਉਣ ਦੀ ਲੋੜ ਪੈ ਜਾਵੇ, ਹੁਣ ਕੋਈ ਇੱਥੋਂ ਲੰਘੇਗਾ ਕਹੂਗਾ ਵੀ ਇਹ ਕਿਤੇ ਕਿ ਕਿਸਾਨਾਂ ਦਾ ਧਰਨਾ, ਕਿਹੜਾ ਧਰਨਾ ਔਰ ਕਿਹਦੇ ਖਿਲਾਫ? ਸਿੱਖਾਂ ਦੀ ਸੰਸਥਾ ਦੇ ਖਿਲਾਫ, ਸਿੱਖਾਂ ਦੇ ਪ੍ਰਚਾਰਕਾਂ ਦਾ ਧਰਨਾ, ਉਹ ਪ੍ਰਚਾਰਕ ਜਿਨ੍ਹਾਂ ਦੇ ਸਿਰ ਤੇ ਕੌਮ ਦੀ ਹੋਂਦ ਖਲੋਤੀ ਹੈ। ਪਹਿਲੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਹੈ ਕਿ ਆਪ ਅਚਾਨਕ ਆਏ ਹੋ ਤੇ ਸਾਡਾ ਹਾਲ ਚਾਲ ਪੁੱਛਿਆ। ਤੁਸੀਂ ਵੇਖਿਆ ਹੈ ਵੀ ਬੰਦੇ ਚੰਗੇ ਭਲੇ ਲੱਗਦੇ ਤੇ ਬੈਠੇ ਤੂੰ ਸ਼ਬਦ ਵਰਤਿਆ ਭਿਖਾਰੀਆਂ ਵਾਂਗੂ ਹੀ। ਸਾਡੀ ਹਾਲਤ ਵਾਕਿਆ ਭਿਖਾਰੀਆਂ ਵਰਗੀ ਕਰ ਦਿੱਤੀ ਇਹਨਾਂ ਤਾਨਾਸ਼ਾਹੀ ਸੋਚ ਵਾਲੇ ਹੁਕਮਰਾਨਾਂ ਨੇ। ਤੁਸੀਂ ਪ੍ਰਚਾਰ ਦੀ ਵੀ ਗੱਲ ਕੀਤੀ ਹੈ ਕਿ ਪ੍ਰਚਾਰ ਜਿੰਨਾ ਹੁਣ ਸਿੱਖ ਧਰਮ ਦਾ ਪ੍ਰਚਾਰ ਜੇ ਵੇਖੀਏ ਕਿਸੇ ਧਰਮ ਦਾ ਇੰਨਾ ਪ੍ਰਚਾਰ ਨਹੀਂ, ਉਹਦੇ ਸਾਧਨ ਤਰੀਕੇ ਵੱਖ ਵੱਖਰੇ ਹੋ ਸਕਦੇ, ਸਾਰੇ ਤਰੀਕਿਆਂ ਚੋਂ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਜ਼ਿਆਦਾ ਹੈ। ਪਰ ਬਦਕਿਸਮਤੀ ਇਸ ਗੱਲ ਦੀ ਹੈ ਕਿ ਸਾਡੀ ਸਭ ਤੋਂ ਵੱਡੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ, ਜਿੱਥੋਂ ਇਹ ਗੱਲ ਸ਼ੁਰੂ ਹੋ ਕੇ ਗਾ ਪੂਰੇ ਸਿੱਖ ਪੰਥ ਤੇ ਉੱਪਰੇ ਜਾਂਦੀ ਹੈ ਕਿ ਜੇ ਅਸੀਂ ਪਿਛਲੇ ਦਿਨਾਂ ਦੇ ਦੌਰਾਨ ਵੇਖੀਏ ਨਾ, ਤੁਸੀਂ ਪਹਿਲੋਂ ਤੇ ਅਖੰਡ ਪਾਠੀ ਸਿੰਘਾਂ ਨੂੰ ਖੱਜਲ ਹੁੰਦਿਆਂ ਰੱਜ ਕੇ ਵੇਖਿਆ, ਰੋਂਦਿਆਂ ਵੇਖਿਆ। ਉਹਦੇ ਵਿੱਚ ਤਮਾਸ਼ਾ ਉਹਨਾਂ ਦਾ ਇਹ ਬਣਾ ਦਿੱਤਾ ਗਿਆ ਜੀ, ਉਹਨਾਂ ਦੇ ਵਿਰੋਧ ਤੋਂ ਮੰਗਾਂ ਤੋਂ ਬਾਅਦ ਵੇਖੋ ਜੀ ਇਹ ਪਾਠੀ ਸੁੱਤੇ ਪਏ, ਡਿਊਟੀ ਤੇ ਸੁੱਤੇ ਪਏ। ਇਹ ਕਿਸੇ ਨੂੰ ਨਹੀਂ ਪਤਾ ਕਿ ਅਖੰਡ ਪਾਠੀ ਜਿਹੜੇ ਨੇ ਉਹ 3 ਘੰਟੇ ਦੀ ਡਿਊਟੀ ਵਿੱਚ 1.5 ਘੰਟਾ 2 ਪਾਠੀ ਇੱਕ ਡਿਊਟੀ ਤੇ ਲਾਉਂਦੇ ਨੇ। ਇੱਕ ਗੁਰੂ ਕੀ ਤਾਬਿਆ ਬੈਠਾ ਹੁੰਦਾ ਪਾਠ ਕਰਦਾ, ਦੂਜਾ ਉਹਦੇ ਲਾਗੇ ਬੈਠਾ ਹੁੰਦਾ। ਜਿਹੜਾ ਲਾਗੇ ਬੈਠਾ ਤੁਰਦਾ ਫਿਰਦਾ ਲੰਮੇ ਪੈ ਜੇ ਲੱਕ ਸਿੱਧਾ ਕਰ ਲੇ, ਉਹ ਵੀ ਡਿਊਟੀ ਤੇ ਗਿਣਿਆ ਜਾਂਦਾ। ਉਹਨਾਂ ਨੂੰ ਮੁੜ ਕੇ ਬਦਨਾਮ ਇਸ ਤਰੀਕੇ ਨਾਲ ਕਰ ਦਿੱਤਾ, ਵੇਖੋ ਜੀ ਡਿਊਟੀ ਤੇ ਸੁੱਤੇ ਪਏ। ਆਮ ਬੰਦਾ ਇਹ ਥੋੜੀ ਜਾਣਦਾ ਕਿ ਉਹ ਅਖੰਡ ਪਾਠ ਕਰਦਾ, ਪਾਠ ਪੜ੍ਹਦਾ ਸੁੱਤਾ ਹੈ ਕਿ ਜਾਂ ਲਾਗੇ ਜਿਹੜਾ ਸਪੇਅਰ ਆ ਉਹ ਸੁੱਤਾ। ਫਿਰ ਇਹ ਪਾਠੀਆਂ ਤੋਂ ਲੱਤ ਲੱਥੀ, ਫਿਰ ਤੁਹਾਡੇ ਸਾਹਮਣੇ ਰਾਗੀ ਕਾਬੂ ਆ ਗਏ ਦਰਬਾਰ ਸਾਹਿਬ ਦੇ। ਦਰਬਾਰ ਸਾਹਿਬ ਜੀ ਦਾ ਇੰਨਾ ਵੱਡਾ ਉੱਚਾ ਅਸਥਾਨ ਹੈ ਤਾਂ ਉਹਨਾਂ ਹੀ ਮਾਣ ਰਾਗੀ ਸਿੰਘਾਂ ਦਾ ਗੁਰੂ ਕੀਆਂ ਸੰਗਤਾਂ ਦੇ ਵਿੱਚ ਹੈ। ਉਹ ਕੈਮਰਿਆਂ ਦੇ ਅੱਗੇ ਰੋਂਦੇ ਤੁਸੀਂ ਵੇਖੇ। ਅਖੰਡ ਪਾਠ ਕਰਨ ਵਾਲੇ ਨੂੰ ਵਜ਼ੀਰ ਆਖਿਆ ਜਾਂਦਾ। ਗੁਰੂ ਕੀ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਗੋਦੀ ਵਿੱਚ ਬੈਠਣ ਵਾਲਾ ਭਲੋ ਭਲੋਰੇ ਕੀਰਤਨੀਆ, ਉਹਨੂੰ ਵਡਿਆਇਆ। ਫਿਰ ਰਹੀ ਗੱਲ, ਗੁਰੂ ਸਾਹਿਬ ਨੇ ਢਾਡੀਆਂ ਦੀ ਗੱਲ ਕੀਤੀ। ਢਾਡੀ ਹਰਪ੍ਰਭ ਖਸਮ ਕੇ ਜਿਹੜੇ ਮਾਲਕ ਨੇ ਬਾਬਾ ਨੱਥਮਲ ਜੀ, ਬਾਬਾ ਅਬਦੁਲ ਖੈਰ ਜੀ, ਪਹਿਲੋਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਮੀਰੀ ਤੇ ਪੀਰੀ। ਹੁਣ ਮੀਰੀ ਵਾਸਤੇ ਤੇ ਢਾਡੀ ਚਾਹੀਦਾ ਨਾ, ਪੀਰੀ ਵਾਸਤੇ ਭਗਤੀ ਵਾਸਤੇ ਕੀਰਤਨ ਹੈ, ਕੀਰਤਨ ਵਾਸਤੇ ਦਰਬਾਰ ਸਾਹਿਬ ਦੀ ਸਿਰਜਣ ਹੈ, ਕਥਾ ਵਾਸਤੇ ਮੰਜੀ ਸਾਹਿਬ ਦੀ ਥਾਂ ਬਣਾਈ ਗਈ। ਤੇ ਕੇਵਲ ਹੁਣ ਫੌਜਾਂ ਵੀ ਭਰਤੀ ਕਰ ਲਈਆਂ। ਫੌਜਾਂ ਅੰਦਰ ਲੜਨ ਦਾ ਜਜ਼ਬਾ ਕਿੱਥੋਂ ਪੈਦਾ ਹੋਵੇਗਾ? ਕਿਵੇਂ ਲੜਾਇਆ ਜਾਵੇਗਾ ਉਹਨਾਂ ਨੂੰ? ਕਿਵੇਂ ਉਹਨਾਂ ਦੇ ਅੰਦਰ ਜੋਸ਼ ਭਰਿਆ ਜਾਵੇ? ਕਿਵੇਂ ਮੁੰਡੇ ਜਿਹੜੇ ਆ ਉਹਨਾਂ ਘਰਾਂ ਚੋਂ ਨਿਕਲ ਕੇ ਆਏ ਨੇ ਜਿਨ੍ਹਾਂ ਘਰਾਂ ਦੇ ਵਿੱਚ 700 ਸਾਲ ਦੀ ਗੁਲਾਮੀ ਦੇ ਸੰਗਲ ਜਕੜੇ ਹੋਏ ਨੇ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦੁਤਕਾਰਿਆ ਜਾਂਦਾ ਹੈ, ਉਹਨਾਂ ਦੇ ਮੂੰਹ ਦੇ ਵਿੱਚ ਪਾਨਾਂ ਵਾਲਾ ਤੁਕ ਤੁਕਿਆ ਜਾਂਦਾ ਹੈ, ਉਹਨਾਂ ਨੂੰ ਘੋੜੇ ਤਾਂ ਕੀ ਕੋਈ ਖੋਤੇ ਤੇ ਚੜ੍ਹਨ ਦੀ ਸਵਾਰੀ ਨਹੀਂ ਕਰਨ ਦਿੰਦਾ, ਉਹਨੂੰ ਜੁੱਤੀ ਨਹੀਂ ਪਾਉਣ ਦਿੰਦਾ। ਉਹਨਾਂ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸੂਰਬੀਰ ਬਹਾਦਰ ਬਣਾਉਣਾ ਔਰ ਉਹਨਾਂ ਦੇ ਢੋਲਿਆਂ ਦੇ ਵਿੱਚ ਐਸਾ ਬਲ ਆ ਜਾਵੇ ਕਿ ਉਹ ਆਪਣੀ ਜਿਹੜੀ ਗੁਲਾਮੀ ਦੇ ਸੰਗਲ ਉਹਨਾਂ ਨੂੰ ਤੋੜਨ ਵਾਸਤੇ ਉਹਨਾਂ ਜਿਹੜੀਆਂ ਪਹਿਲੋਂ ਕੁਰੀਤੀਆਂ ਪਈਆਂ ਜੰਜੀਰਾਂ ਨੇ ਉਹਨਾਂ ਨੂੰ ਤੋੜ ਕੇ ਬਾਹਰ ਨਿਕਲ ਆਵੇ। ਉਹਦੇ ਵਾਸਤੇ ਢਾਡੀ ਇੱਕ ਚਾਹੀਦਾ ਸੀ ਜਿਹੜਾ ਮਾਲਕ ਨੇ ਕਿਰਪਾ ਕੀਤੀ।
ਹੁਣ ਢਾਡੀ ਬੀਰ ਰਸ ਉਹ ਖਤਮ ਕਰ ਦਈਏ। ਇਹ ਅੱਜ ਗੁਰੂ ਗੋਬਿੰਦ ਸਿੰਘ ਦੀ ਜੰਗ ਦੀ ਵਾਰ ਨਹੀਂ, ਤੁਸੀਂ ਕਿਉਂ ਨਹੀਂ, ਤੁਸੀਂ ਗੁਰੂ ਨਾਨਕ ਦਾ ਪ੍ਰਸੰਗ ਜਾਂ ਫਲਾਣੇ ਭਗਤ ਦਾ ਪ੍ਰਸੰਗ ਸੁਣਾਓ। ਢਾਡੀ ਦਾ ਮਤਲਬ ਬੀਰ ਰਸ ਹੈ, ਜਿਹੜਾ ਜਿਸ ਤਰੀਕੇ ਕੋ ਕਥਾ ਹੁੰਦੀ ਹੈ ਸ਼ਾਂਤਮਈ, ਕੀਰਤਨ ਹੈ ਸ਼ਾਂਤਮਈ ਟਿਕਾਊਮਈ। ਤੇ ਜੇ ਢੱਡ ਸਰੰਗੀ ਵਾਂ ਚੁੱਕਾ ਕੀਰਤਨ ਕਰਨ ਲੱਗੇ ਵੀ ਬੁਰਾ ਲੱਗਦਾ। ਤੇ ਜੇਕਰ ਢਾਡੀ ਵਾਰਾਂ ਉੱਚੇ ਕੂਕੇ ਵਾਦਾਂ ਗਾਵੇ ਜੋਧਾ ਕਾ ਵਿਚਾਰ, ਉਹਨਾਂ ਨੂੰ ਤੁਸੀਂ ਥੱਲੇ ਵਾਲੀ ਸੁਰ ਤੇ ਲਿਆਓ, ਉਹਦਾ ਸੁਰ ਸਵਾਦ ਖਤਮ ਹੋ ਜਾਏਗਾ। ਉਹਦਾ ਕਾਰਨ ਇਹ ਹੋਆ ਕਿ ਜੇਕਰ ਢਾਡੀ ਕਲਾ ਖਤਮ ਹੋ ਗਈ ਤੇ ਜਿਹੜੇ ਥੋੜੇ ਬਹੁਤ ਯੋਧੇ ਅੱਜ ਤੁਹਾਨੂੰ ਮਿਲ ਜਾਂਦੇ ਆ ਮੈਦਾਨ ਚ ਉਤਰਨ ਵਾਸਤੇ, ਵੀ ਨਹੀਂ ਮਿਲਣਗੇ। ਜਦੋਂ ਯੋਧਿਆਂ ਦੀ ਖੁਰਾਕ ਖਤਮ ਹੋ ਗਈ, ਯੋਧਾ ਕਿੱਥੋਂ ਪੈਦਾ ਹੋਵੇਗਾ। ਇਹਨਾਂ ਨੇ ਇਹ ਤਰੀਕਾ ਫੜ ਲਿਆ ਏ ਕਿ ਪਹਿਲੋਂ ਤੇ ਅਸੀਂ ਢਾਡੀਆਂ ਨੂੰ ਹੌਲੀ ਹੌਲੀ ਥੋੜਾ ਥੋੜਾ ਦਰਕਨਾਰ ਕਰੀਏ। ਤੁਹਾਨੂੰ ਪਿਛਲੇ ਦਿਨਾਂ ਦੀ ਸਾਲਾਂ ਦੀ ਗੱਲ ਯਾਦ ਹੋਵੇ, ਉੱਥੇ ਇੱਕ ਬੋਰਡ ਲਾ ਦਿੱਤਾ ਗਿਆ ਸੀ। ਉਦੋਂ ਇਹ ਜਥੇਦਾਰ ਨਹੀਂ, ਪਹਿਲੇ ਜਥੇਦਾਰ ਸਨ, ਉਹਨਾਂ ਨੇ ਬੋਰਡ ਲਾ ਦਿੱਤਾ ਗਿਆ ਵੀ ਦੋਵੇਂ ਨੇ ਢਾਡੀਆਂ ਦੀ ਧੜੇਬੰਦੀ ਵੇਖ ਕੇ, ਪਹਿਲੋਂ ਧੜੇਬੰਦੀ ਤੁਸੀਂ ਪਾ ਦਿੱਤੀ, 2 ਧੜੇ ਬਣਾ ਦਿੱਤੇ। ਹੁਣ ਉਹਨਾਂ ਦਾ ਤਕਰਾਰ ਵੇਖ ਕੇ ਗੱਲ ਇਹ ਕਹਿ ਦਿੱਤੀ ਵੀ ਅਸੀਂ ਇਹਨਾਂ ਦਾ ਢਾਡੀਆਂ ਦਾ ਟਕਰਾਓ ਵੇਖਣ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਹੈ ਕਿ ਇੱਥੋਂ ਢਾਡੀ ਜਿੱਥੇ ਮੰਜੀ ਸਾਹਿਬ ਤਬਦੀਲ ਕਰ ਦਿੱਤੇ ਜਾਣ। ਆਹ ਬੋਰਡ ਉਹਨਾਂ ਦਾ ਸਾਡਾ ਫੇਸਬੁੱਕ ਤੇ ਇਹ ਉਦੋਂ ਦਾ ਪਿਆ ਹੋਇਆ, ਤੇ ਆਹ ਜਿਹੜਾ ਲਿਖ ਕੇ ਬਕਾਇਦਾ ਇਹਨਾਂ ਨੇ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਲਾਇਆ ਗਿਆ ਸੀਗਾ। ਇੱਥੇ ਜਥੇ ਬੰਦ ਰਹੇ। ਅਸੀਂ ਹੈਰੀਟੇਜ ਉਹ ਜਿੱਥੇ ਉਹ ਕਾ ਲਿਖਿਆ ਬਲਦੇਵ ਸਿੰਘ ਵਡਾਲਾ ਦਾ, ਉੱਥੇ ਬੈਠ ਕੇ ਤਪਦੀਆਂ ਗਰਮੀਆਂ 'ਚ ਅਸੀਂ ਦੀਵਾਨ ਲਾਉਂਦੇ ਰਹੇ। ਫਿਰ ਸਾਡੇ ਪ੍ਰਧਾਨ ਜੀ ਬਲਦੇਵ ਸਿੰਘ ਐਮਏ ਸਾਹਿਬ ਨੇ ਕਿਹਾ ਮੈਨੂੰ 8 ਦਿਨ ਦੇ ਦਿਓ, ਮੈਂ 9ਵੇਂ ਦਿਨ ਸਟੇਜ ਸ਼ੁਰੂ ਕਰਾ ਦੂੰਗਾ, ਮੇਰਾ ਸਾਥ ਜ਼ਰੂਰ ਦੇ ਦਿਓ। ਜਿਵੇਂ ਅੱਜ ਇਹਨਾਂ ਦਾ ਸਾਥ ਦੇਣ ਵਾਸਤੇ ਭੁੱਖੇ ਮਰਨ ਵਾਸਤੇ ਤਿਆਰ ਬੈਠੇ ਆ, ਇਹ ਸਾਨੂੰ ਖੂਹ 'ਚ ਵੀ ਸੁੱਟ ਦੇਣ, ਆਰੇ ਥੱਲੇ ਦੇ ਦੇਣ, ਅਸੀਂ ਖੜੇ ਹੋ ਜਾਣਾ। ਕਿਉਂਕਿ ਇਹਨਾਂ ਦੀ ਸੋਚ ਢਾਡੀਆਂ ਨੂੰ ਸਦਾ ਲਈ ਚੜ੍ਹਦੀ ਕਲਾ 'ਚ ਰੱਖਣਾ ਚਾਹੁੰਦੇ ਨੇ। ਉਹ ਸੋਚ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕਰਕੇ ਕੀਤੀ। ਆ ਮੈਂ ਪੜ੍ਹ ਕੇ ਸੁਣਾਦਾ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਜਦਾ ਢਾਡੀ ਦਰਬਾਰ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ੍ਰੀ ਦੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜ ਰਿਹਾ ਹੈ। ਸਮੂਹ ਸੰਗਤਾਂ ਗੁਰ ਇਤਿਹਾਸ ਸਰਵਣ ਕਰਕੇ ਜਨਮ ਸਫਲਾ ਕਰੋ। ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ, ਆ ਬੈਨਰ ਲਾਇਆ ਗਿਆ ਸੀ। ਅਕਾਲ ਤਖਤ ਸਾਹਿਬ ਤੋਂ ਢਾਡੀ ਪਹਿਲਾਂ ਇੱਕ ਵਾਰ ਬੰਦ ਕੀਤੇ ਜਾ ਚੁੱਕੇ ਆ। ਹਾਂਜੀ, ਉਹ ਜੱਗ ਉਦੋਂ ਅਸੀਂ ਫੇਸਬੁੱਕ ਤੇ ਜਿਹੜੇ ਇਹਨਾਂ ਦੇ ਨਾਲ ਦਫ਼ਤਰ ਦੇ ਆਪਣੇ ਕਹਿੰਦਾ ਦਾ ਪਿੱਠੂ ਹੈਗੇ ਜਿਹੜੇ, ਉਹਨਾਂ ਨੂੰ ਇਹ ਗੱਲ ਮੁੜ ਕੇ ਚੁਭੀ, ਅਸੀਂ ਉਹਨਾਂ ਦਾ ਸਾਥ ਦਿੱਤਾ, ਉਹਨਾਂ ਨੇ ਸਾਡੇ ਜੋ ਕੀਤਾ ਦਫ਼ਤਰ ਨੇ ਫੈਸਲਾ ਸਾਨੂੰ ਮਨਜ਼ੂਰ ਹੈ। ਜੇ ਅਸੀਂ ਉਦੋਂ ਨਾ ਸੰਘਰਸ਼ ਕਰਦੇ, ਇਹਨਾਂ ਨੇ ਦਫ਼ਤਰ ਦਾ ਫੈਸਲਾ ਮਨਜ਼ੂਰ ਕਰ ਲਿਆ ਤੇ ਉਤੋਂ ਸਟੇਜ ਅੱਜ ਤੱਕ ਅਕਾਲ ਤਖਤ ਸਾਹਿਬ ਤੋਂ ਤੁਸੀਂ ਢਾਡੀ ਨਾ ਸੁਣਦੇ। ਇਹ ਉਹਨਾਂ ਨੇ ਉਦੋਂ ਨਹੀਂ ਚੱਲੀ। ਫਿਰ ਪਹਿਲੇ ਜਥੇਦਾਰ ਸਾਹਿਬ ਨੇ ਸਾਡਾ ਟਾਈਮ ਜਿਉਂ ਦੀ ਤਿਉਂ ਬਰਕਰਾਰ ਕਰ ਦਿੱਤਾ। ਗਰਮੀਆਂ ਦੇ 9 ਘੰਟੇ, ਸਿਆਲਾਂ ਦੇ 8 ਘੰਟੇ ਸਾਡਾ ਚੱਲਦਾ ਰਿਹਾ। ਉਸ ਤੋਂ ਬਾਅਦ ਹੁਣ ਲਾਕਡਾਊਨ ਦਾ ਸਹਾਰਾ ਲੈ ਕੇ ਇਹਨਾਂ 9 ਤੋਂ 3 ਪੱਕਾ ਕਰ ਦਿੱਤਾ। ਫਿਰ ਆਉਣੀ ਆ, ਇਹ 100% ਗੱਲ ਸੱਚ ਹੈ, 10 ਤੋਂ 2 ਵਜੇ ਤੱਕ। ਸਿੰਘਾਂ ਤੇ ਕਿਹੜਾ ਲਾਕਡਾਊਨ, ਕੱਲ ਨੂੰ ਫਿਰ ਕੀਰਤਨ ਤੇ ਵੀ ਲਾਕਡਾਊਨ ਦਾ ਅਸਰ ਹੋਏਗਾ, ਕੱਲ ਨੂੰ ਫਿਰ ਦਰਬਾਰ ਸਾਹਿਬ ਵੀ ਬੰਦ ਕਰ ਦੇਣਗੇ। ਬਿਲਕੁਲ ਜੀ, ਇਸ ਤਰ੍ਹਾਂ ਉਹਦਾ ਕਾਰਨ ਕੀ ਹੈ? ਵੇਖੋ, ਕੀਰਤਨ ਤੋਂ ਅਜੇ ਤੱਕ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਈ, ਸਾਡੇ ਜੈਕਾਰੇ ਤੋਂ ਪਰੇਸ਼ਾਨੀ ਹੈ। ਕਿਸੇ ਕਾਰਨ ਕਰਕੇ ਮਹੰਤਾਂ ਦਾ ਜਦੋਂ ਕਬਜ਼ਾ ਸੀ ਗੁਰਦੁਆਰਿਆਂ ਤੇ, ਉਦੋਂ ਜਕਾਰਾ ਬੰਦ ਹੋਇਆ ਤੇ 4 ਸਪੇਰੇ ਜਕਾਰੇ ਨੇ, ਪਰ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ ਨੇ ਪੜਿਆ ਸੀ, ਔਰ ਜਦੋਂ ਇੰਦਰਾ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਉਦੋਂ ਵੀ ਕੁੱਤਾ ਰਾਜ ਬਹਾਲੀਆ ਚੱਕੀ ਚੱਟਾ ਪੜਿਆ ਸੀ, ਉਹਨਾਂ ਜਥਿਆਂ ਤੇ ਕੇਸ ਤੱਕ ਹੋਏ। ਮੈਂ ਜੀ ਜਾਣਦਾ, ਮੈਂ 1988 ਦੇ ਵਿੱਚ ਜਿਹੜਾ ਬਲੈਕ ਥੰਡਰ ਹੋਇਆ, ਮੈਂ ਬਾਬਾ ਸਾਹਿਬ ਚੌਂਕ ਦੇ ਵਿੱਚ ਖੁਦ ਮੌਜੂਦ ਹਾਂ। ਮੈਂ ਆਪਣੇ ਪਿੰਡੇ ਤੇ ਹੰਡਾਇਆ, ਉਹ 15 ਦਿਨ ਕਰਫਿਊ ਲੱਗਾ, ਮੈਂ ਬਾਬਾ ਸਾਹਿਬ ਚੌਂਕ ਦੇ ਵਿੱਚ ਹੀ ਰਿਹਾ ਸੀ ਮੇਰੀ, ਇਸ ਕਰਕੇ ਉਸ ਨੂੰ ਮੈਂ ਪੂਰਾ ਆਪਣੇ ਪਿੰਡੇ ਤੇ ਆਪਣੀਆਂ ਅੱਖਾਂ ਨੱਕਾਂ ਕੰਨਾਂ ਨਾਲ ਜਾਣਦਾ ਕਿ ਪਾਪੀ ਕੋ ਦੰਡ ਦਿਓ। ਇਹ ਸੁਰਿੰਦਰ ਸਿੰਘ ਪਟਨਾ, ਉਹਨਾਂ ਨੂੰ ਮੁੜ ਕੇ ਇਹਨਾਂ ਨੇ ਕੇਸ ਕਤਲ ਕਰਨ ਦਾ, ਉਹਦੀ ਜਾਮਾ ਤਲਾਸ਼ੀ ਲੈ ਕੇ ਉਹਦੇ ਗੁਪਤ ਜਿਹੜੇ ਕੇਸ ਕੱਟਣ ਦਾ ਇਲਜ਼ਾਮ ਲਾ ਕੇ ਕੱਢਿਆ, ਬੈਨ ਵੀ ਕੀਤੇ ਨੇ, ਬੜਾ ਕੁਝ ਹੁੰਦਾ ਹੈ। ਹੁਣ ਸ਼ਬਦ ਵੀ ਬੈਨ ਨੇ, ਸ਼ਬਦ ਬੈਨ ਨੇ ਕਈ, ਜੋ ਤੁਹਾਨੂੰ ਪ੍ਰਧਾਨ ਸਾਹਿਬ ਜੀ ਨੇ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ ਜਿਵੇਂ ਕੀਰਤਨ ਦੇ ਸ਼ਬਦ ਅੰਦਰੋਂ ਬੈਨ ਨੇ, ਉਵੇਂ ਢਾਡੀਆਂ ਦੇ ਉੱਪਰ ਵੀ ਬੜਾ ਕੁਝ ਬੈਨ ਆ। ਢਾਡੀ ਇੱਕ ਪਏ ਤੇ ਚੱਲਦਾ ਸੀ, ਢਾਡੀ ਨੇ ਕੋਈ ਰਾਹ ਦੱਸਿਆ ਸੀ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਗਾਡੀ ਰਾਹ ਚਲਾਉਂਦਾ, ਗਾਡੀ ਰਾਹ ਦਾ ਤੁਹਾਨੂੰ ਪਤਾ ਹੀ ਹੈ, ਉਹ ਲੀਹ ਤੇ ਪਏ ਚੱਲਣਾ ਹੈ। ਤੇ ਸਾਡੇ ਵਡੇਰੇ ਨੇ ਪਿਆ ਸਾਨੂੰ ਪਤਾ ਕੀ ਪਾ ਕੇ ਦਿੱਤਾ, ਪੱਗ ਤੇਰੀ ਕੀ ਜਹਾਂਗੀਰ ਦੀ। ਜਦੋਂ ਸਾਨੂੰ ਸਾਜਿਆ ਹੀ ਸਰਕਾਰਾਂ ਦੇ ਨਾਲ ਟੱਕਰ ਲੈਣ ਵਾਸਤੇ ਗਿਆ, ਸਾਨੂੰ ਸਾਜਿਆ ਹੈ ਵੀ ਅਸੀਂ ਸਾਧ ਨਹੀਂ ਬਣਾਉਣੇ, ਅਸੀਂ ਮਾਲਾ ਫੇਰਨ ਵਾਲੇ ਗੋਗੜਧਾਰੀ ਨਹੀਂ ਬਣਾਉਣੇ। ਉਹ ਕੋਈ ਬਾਣੀ ਸੁਣ ਕੇ ਅੰਦਰ ਦੀ ਆਤਮਾ ਦਾ ਪ੍ਰਮਾਤਮਾ ਦੇ ਨਾਲ ਮਿਲਾਪ ਕਰੇ, ਬੜਾ ਵੱਡਾ ਸਾਧਨ। ਗੁਰਬਾਣੀ ਕੀਰਤਨ ਬਹੁਤ ਉੱਚਾ ਹੈ, ਅਣਦਿਨ ਰਹਿਣ ਕੀਰਤਨ ਗਾਈਏ, ਬੋੜ ਨਾ ਜੋਨੀ ਪਾਈਏ। ਪਰ ਢਾਡੀ ਕਲਾ, ਉਹਦੇ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਦੋਵਾਂ ਦਾ ਬਰਕਰਾਰ ਹੈ, ਜਿਹਨੂੰ ਭਗਤੀ ਤੇ ਸ਼ਕਤੀ ਕਹਿੰਦੇ। ਉਹ ਜਦੋਂ ਪਿਆ ਹੀ ਪਾਇਆ ਵਾ ਵੀ ਤੂੰ ਡਰ ਕੇ ਨਹੀਂ, ਕੋਈ ਸਿਰ ਸੁੱਟ ਕੇ ਨਹੀਂ ਜੀ ਸਕਦਾ, ਤੇ ਫਿਰ ਅੱਜ ਦੇ ਢਾਡੀ ਨੂੰ ਕਿ ਤੂੰ ਸਰਕਾਰਾਂ ਖਰਾਬ ਨਹੀਂ ਬੋਲਣ। ਵੇਖੋ, ਬੇਅਦਬੀ ਦੇ ਕਾਂਡ ਵਿੱਚ ਵੀ ਅਕਾਲੀ ਧੋਏ ਜਾਂਦੇ ਨੇ। ਜਦੋਂ ਹਰਮੰਦਰ ਸਾਹਿਬ ਦੇ ਅਟੈਕ ਦੀ, ਅਕਾਲ ਤਖਤ ਸਾਹਿਬ ਦੇ ਉੱਪਰ ਅਟੈਕ ਦੀ ਢਾਡੀ ਗੱਲ ਕਰਦਾ ਹੈ, ਉਦੋਂ ਨਾ ਕਾਂਗਰਸੀ ਵੱਜਦੇ ਨੇ ਨਾ ਅਕਾਲੀ ਵੱਜਦੇ ਨੇ, ਉਹਦੇ ਵਿੱਚ ਬਦੋ ਬਦੀ ਰਗੜਾ ਰਾਜਸੀ ਪਾਰਟੀਆਂ ਨੂੰ ਲੱਗਦਾ ਹੈ। ਤੇ ਜਿਹੜਾ ਇਹਨਾਂ ਨੂੰ ਦੁੱਖ ਲੱਗਦਾ ਹੈ,
ਹੋਰ ਕਿਸੇ ਗੱਲ ਦਾ ਦੁੱਖ ਨਹੀਂ। ਦੁੱਖ ਲੱਗਦਾ ਕਿ ਅਕਾਲ ਤਖਤ ਸਾਹਿਬ ਤੋਂ ਬੈਠ ਕੇ ਅਕਾਲ ਤਖਤ ਸਾਹਿਬ ਤੋਂ ਹੀ ਆਵਾਜ਼ ਇੰਨੀ ਉੱਚੀ ਆਉਂਦੀ ਆ, ਉਹ ਤੇ ਆਵੇਗੀ ਭਾਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਹਾਂਜੀ, ਤੁਸੀਂ ਕਹਿਣਾ ਚਾਹੁੰਦੇ? ਤਾਂ ਢਾਡੀ ਸਿੰਘ ਨੇ ਵਿਸਥਾਰ ਦੇ ਨਾਲ ਦੱਸਿਆ ਵੀ ਅਕਸਰ ਕਾਰਨ ਕੀ ਆ, ਅਸੀਂ ਤਾਂ ਵੀ ਮਸਲਾ ਕੀ ਹੈ। ਮਸਲਾ ਇਹੋ ਹੀ ਆ ਜਿਹੜਾ ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਜਦੋਂ ਅਕਾਲ ਤਖਤ ਸਾਹਿਬ ਤੇ ਇੰਦਰਾ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਸ਼ਬਦ ਗਾਇਆ ਸੀ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ ਹੈ। ਔਰ ਜਦੋਂ ਫਿਰ ਉਸ ਤੋਂ ਬਾਅਦ ਸੋਧਾ ਲੱਗਿਆ ਇੰਦਰਾ ਦਾ, ਉਦੋਂ ਵੀ ਫਿਰ ਸ਼ਬਦ ਲੱਗੇ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ। ਤਾਂ ਸਰਕਾਰਾਂ ਇਸ ਵਕਤ ਭਾਰਤ ਦੇ ਵਿੱਚ ਸੋ ਕਾਲਡ ਲੋਕਤੰਤਰ ਜਿਹਨੂੰ ਆਂਦੇ ਆ, ਸਟੇਟ ਜਿਹੜੀ ਉਹ ਕਬਜ਼ਾ ਕਰ ਚੁੱਕੀ ਆ, ਸਿੱਧੇ ਤਰੀਕੇ ਨਾਲ ਕਰ ਚੁੱਕੀ ਆ। ਸ਼੍ਰੀ ਹਰਿਮੰਦਰ ਸਾਹਿਬ ਤੇ ਜਿੰਨੀਆਂ ਰੋਹ ਰੀਤਾਂ ਨੇ, ਜਿੰਨਾ ਇੱਥੇ ਪ੍ਰਚਾਰ ਪ੍ਰਸਾਰ ਆ, ਜਿੰਨੀ ਮਰਿਆਦਾ ਆ, ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਧੀ ਵਿਧਾਨ ਆ, ਜਥੇਦਾਰ ਚੁਣਨ ਦਾ, ਪ੍ਰਧਾਨ ਚੁਣਨ ਦਾ, ਜਥੇ ਸ਼ਾਮਲ ਕਰਨ ਦਾ, ਪਾਠਾਂ ਦੀ ਭੇਟਾ ਦਾ, ਸਭ ਕੁਝ ਤੇ DC ਅੰਮ੍ਰਿਤਸਰ ਦਾ ਤੈਅ ਕਰਦਾ। ਉਹ ਸਭ ਕੁਝ ਸਟੇਟ ਨੇ ਕਬਜ਼ਾ ਕਰ ਲਿਆ। ਜਿਹੜਾ ਸੱਚੇ ਪਾਤਸ਼ਾਹ ਦਾ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਇਆ ਸੀ, ਉਹ ਜਦੋਂ ਦਾ ਇਹ ਸੋ ਕਾਲਡ ਆਜ਼ਾਦੀ ਜਿਹੜੀ ਆਈ ਆ, ਬੜਾ ਕੁਝ ਹੋਇਆ ਸਿੱਖਾਂ ਦੇ ਨਾਲ। ਤਾਂ ਹੁਣ ਜਿੰਨੀ ਥੋੜੀ ਬਹੁਤੀ ਗੱਲ ਢਾਡੀ ਵੈਸੇ ਤਾਂ ਬਹੁਤੇ ਕਰਦੇ ਨਹੀਂ ਅੱਜ ਕੱਲ, ਉਹ ਵੀ ਅਗਲਾ ਵੀ ਆਂਦਾ ਆਪਾਂ ਕੀ ਲੈਣਾ, ਠੀਕ ਆ ਕਾਹਨੂੰ ਆਪਾਂ ਵਿਗਾੜਨੀ ਆ, ਪਰ ਜਿੰਨੇ ਕੁ ਕਰਦੇ ਆ ਉਹਨਾਂ ਨੇ ਬਲੈਕਲਿਸਟ ਕਰਤਾ ਵੀ ਇਹ ਜਿਹੜੇ ਆ ਇਹ ਦੱਸਦੇ ਆ ਵੀ ਅੱਛਾ 6 ਜੂਨ ਨੂੰ ਇਹ ਸੰਤ ਜਰਨੈਲ ਸਿੰਘ ਦੀਆਂ ਵਾਰਾਂ ਗਾਉਣਗੇ, ਇਹ 31 ਅਕਤੂਬਰ ਨੂੰ ਗਾਉਣਗੇ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ। ਤਾਂ ਕਰਕੇ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਮੂੰਹ ਦੇ ਵਿੱਚੋਂ ਕੱਢੇ ਗਏ ਬੋਲ ਔਰ ਸੱਚੇ ਪਾਤਸ਼ਾਹ ਜੀ ਦੁਆਰਾ ਜਿਹੜਾ ਸਾਜੀ ਹੈ ਢਾਡੀ ਕਿਲਾ, ਜਦੋਂ ਢਾਡੀ ਸਿੰਘ ਵਾਰਾਂ ਗਾਉਂਦੇ ਆ ਕਿਤੇ ਮਰੂਏ ਜੇ ਬੰਦੇ ਵੀ ਜਿਹੜੇ ਜੋਸ਼ ਭਰ ਆਉਂਦਾ। ਔਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ, ਇਹ ਸਾਡੀ ਕੌਮ ਦੇ ਵਿੱਚ ਇੰਨੀ ਬਖਸ਼ਿਸ਼ ਆ। ਇਹਨਾਂ ਜਦੋਂ ਕੀਰਤਨ ਸੱਚੇ ਪਾਤਸ਼ਾਹ ਦਾ ਗੁਰਬਾਣੀ ਗੁਰੂ ਘਰ ਦੇ ਕੀਰਤਨੀਏ ਕਰਦੇ ਆ ਤੇ ਉਹ ਭਲਾ ਦੀ ਅੱਗ ਬਬੂਲਾ ਬੰਦਾ ਹੋਇਆ ਹੋਵੇ ਤੇ ਉਹ ਐ ਬਿਲਕੁਲ ਨਿਸ਼ਾਂਤ ਹੋ ਜਾਂਦਾ ਔਰ ਉਹ ਪੂਰਾ ਜਿਹੜਾ ਹੈਗਾ ਉਹ ਆਨੰਦ ਚ ਆ ਜਾਂਦਾ। ਔਰ ਜਦੋਂ ਕਿਤੇ ਢਾਡੀ ਸਿੰਘ ਵਾਰਾਂ ਗਾਉਣ ਔਰ ਉਦੋਂ ਜਿਹੜਾ ਬਿਲਕੁਲ ਕਮਜ਼ੋਰ ਜਿਹਾ ਬੰਦਾ ਹੈ ਉਹਨ ਚ ਵੀ ਐਸੀ ਬਖਸ਼ਿਸ਼ ਆ ਜਾਂਦੀ ਆ, ਐਸੀ ਜਿਹੜੀ ਕਿ ਰੂਹ ਉਹਨ ਚ ਆ ਜਾਂਦੀ ਆ, ਉਹ ਕਮਾਲ ਦੀ ਗੱਲ। ਤਾਂ ਇਹ ਇੰਨਾ ਕੁਝ ਸ਼ਬਦਾਂ ਤੇ ਇੰਨਾ ਕੁਝ ਜਿਹੜਾ ਕਿ ਪ੍ਰਸੰਗਾਂ ਤੇ ਜਿੱਦਾਂ ਦੇ 22 ਤਰ੍ਹਾਂ ਦੀਆਂ ਰੋਕਾਂ ਲਾਈਆਂ ਹੈਗੀਆਂ, ਤਾਂ ਇਹਨਾਂ ਢਾਡੀ ਜਥਿਆਂ ਨੂੰ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅੱਧੀ ਰਾਤ ਇਹ 24 ਘੰਟੇ ਵਾਸਤੇ ਜਿਹੜਾ ਵਿਰਾਸਤੀ ਮਾਰਗ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ, ਹੈਰੀਟੇਜ ਸਟਰੀਟ ਜਿਹਨੂੰ ਆਨੇ ਹੁੰਨੇ ਆਪਾਂ, ਉੱਥੇ ਬੈਠੇ ਆ। ਔਰ ਅਸੀਂ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਕਮੇਟੀ ਦਾ ਪੱਖ ਲੈਣ ਦੀ ਵੀ ਕੀ ਵਜ੍ਹਾ। ਤੁਸੀਂ ਤੇ ਇਸ ਵਕਤ ਕਹਿੰਦੇ ਹੋ ਵੀ ਸਾਨੂੰ 100 ਸਾਲ ਪੂਰੇ ਹੋ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਜਿਹੜਾ ਅੱਜ ਕੱਲ ਅਕਾਲੀ ਦਲ ਬਾਦਲ ਅਖਵਾਉਣ ਲੱਗ ਪਿਆ, ਇਹਦੀ ਸਥਾਪਨਾ ਨੂੰ। ਔਰ ਸਥਾਪਨਾ ਕੀਤੀ ਕਿਉਂ ਸੀ, ਸਥਾਪਨਾ ਹੋਈ ਕਿਉਂ ਸੀ? ਤਾਂ ਹੋਈ ਸੀ ਨਾ ਜਿਹੜੀਆਂ ਸਿੱਖਾਂ ਦੀਆਂ ਰਹੁ ਰੀਤਾਂ ਨੇ ਉਹਨਾਂ ਨੂੰ ਪੂਰੀ ਦੁਨੀਆ ਸਾਹਮਣੇ ਪ੍ਰਚਾਰਿਆ ਜਾਵੇ। ਤਾਂ ਨਹੀਂ ਹੋਈ ਸੀ ਜਿੱਦਣ 100 ਸਾਲ ਹੋਵੇ ਤੁਸੀਂ ਢਾਡੀ ਚੁੱਕ ਕੇ ਬਾਹਰ ਕੱਢ ਦਿਓ, ਬੰਦ ਕਰ ਦਿਓ। ਅਕਾਲ ਤਖਤ ਸਾਹਿਬ ਦੀ ਪਛਾਣ ਕੀ ਆ, ਅਕਾਲ ਤਖਤ ਸਾਹਿਬ ਦਾ ਸਿਧਾਂਤ ਕੀ? ਇਹੋ ਹੀ ਆ ਵੀ ਮੀਰੀ ਤੇ ਪੀਰੀ, ਮੀਰੀ ਵੀ ਆ ਤੇ ਪੀਰੀ ਵੀ ਆ। ਜੇ ਇੱਥੋਂ ਪੀਰੀ ਦੀ ਗੱਲ ਕਰਨ ਵਾਲੀ ਜਿਹੜੀ ਆ ਉਹ ਕਲਾ ਹੀ ਖਤਮ ਕਰਤੀ, ਜੇ ਇੱਥੋਂ ਰਾਜ ਦੀ, ਪ੍ਰਭੂ ਸੱਤਾ ਦੀ, ਬਹਾਦਰੀ ਦੀ, ਸੂਰਮਤਾਈ ਦੀ ਗਾਥਾਵਾਂ ਗਾਉਣ ਵਾਲੇ ਢਾਡੀ ਸਿੰਘਾਂ ਦੀ ਹੀ ਜ਼ਬਾਨ ਬੰਦ ਕਰ ਦਿੱਤੀ। ਉੱਥੇ ਐਦਾਂ ਤੁਸੀਂ ਪੱਟੀ ਲਾਤੀ ਵੀ ਆਹ ਗੱਲ ਕਹਿਣੀ ਆ। ਅੱਛਾ, ਮਾਈਕ ਦੀ ਆਵਾਜ਼ ਘਟਾ। ਜਦੋਂ ਵੀ ਕੋਈ ਆਉਂਦਾ ਨੇ, ਇੱਕ ਵਾਰ ਪਰਿਕਰਮਾ ਦਾ ਆਇਆ ਸੀ, ਜਦੋਂ ਆਇਆ ਤੇ ਸਾਡਾ ਪ੍ਰਸੰਗ ਵੀਰ ਰਸ ਦਾ ਸੀ, 5 ਜੂਨ ਦਾ ਸੀ, ਭਿੰਡਰਾਂਵਾਲਾ ਜੀ ਦਾ ਪ੍ਰਸੰਗ ਲੱਗਾ ਹੋਇਆ ਸੀਗਾ। ਆਇਆ ਪਰਿਕਰਮਾ ਚੋਂ ਕੋਈ, ਉਹਨੇ ਇੱਕਦਮ ਕਰੇ, ਉਹ ਫਿਰ ਮੈਂ ਕਿਹਾ ਅਸੀਂ ਗੀਤਾ ਪੜ੍ਹਦੇ ਕਿ ਚਮਕੀਲੇ ਦੇ ਗੀਤ ਪਾਉਣ। ਉਹ ਤੇ ਸੰਗਤ ਇਹਨੇ ਰਸ ਬੈਠੀ, ਸੰਗਤ ਉਹਦੇ ਗੱਲ ਪੈ ਗਈ, ਉਸ ਅੰਦਰ ਦਾ ਜਿਹੜਾ ਪ੍ਰਕਰਮਾਂ ਦਾ ਮੈਨੇਜਰ ਹੈ ਉਹਦੇ ਗੱਲ ਪੈ ਗਈ। ਫਿਰ ਉਹਨੇ ਆਵਾਜ਼ ਕਰਕੇ ਉਹਦੇ ਡਰ ਕੇ ਗਿਆ, ਮੈਨੂੰ ਨਹੀਂ ਸੀ ਪਤਾ ਉਹ ਕਿ ਮੈਨੇਜਰ ਹੈ, ਮੈਂ ਤੇ ਆਪਣੇ ਰੰਗ 'ਚ ਆਇਆ ਤੇ ਬੋਲ ਦਿੱਤਾ। ਇਹ ਸਾਡੀਆਂ ਸ਼ਿਕਾਇਤਾਂ ਬੜੀ ਉੱਤੇ ਤੱਕ ਜਾਂਦੀਆਂ ਨੇ, ਉਹ ਵੱਡਿਆਂ ਤੱਕ ਜਿਹੜੀ ਉੱਪਰ ਹਾਈ ਕਮਾਨ ਆ ਨਾ, ਹਾਈ ਕਮਾਨ ਦੇ ਪੀਆਂ ਤੱਕ ਦੇ ਫੋਨ ਆ ਜਾਂਦੇ ਵੀ ਇਹ ਬੰਦੇ ਬੈਨ ਕਰੋ। ਮੈਂ ਪਹਿਲਾਂ ਬੇਨਤੀ ਕਰਦਾ ਧਿਆਨ 'ਚ ਰੱਖਿਓ, ਸਾਡੇ 65 ਤੋਂ 68 ਜਥੇ ਕੰਮ ਕਰਦੇ ਸੀ, ਇਹਨਾਂ ਨੇ ਟੈਸਟ ਲੈ ਕੇ ਛਾਂਟ ਦਿੱਤੇ, 32 33 ਰਹਿ ਗਏ, ਜਿਨ੍ਹਾਂ 'ਚੋਂ 4 5 ਜਾਂ 6 ਜਥੇ ਆਲਰੇਡੀ ਬਾਹਰ ਰਹਿੰਦੇ ਨੇ। 28 ਜਥੇ ਕੰਮ ਕਰਦੇ ਸੀ, ਉਹਨਾਂ ਤੋਂ 6 ਜਥੇ ਬੈਨ ਹੋ ਗਏ, 22 ਹੋ ਗਏ, ਜਿਨ੍ਹਾਂ 'ਚੋਂ 10 ਉਹਨਾਂ ਦੇ ਆਪਣੇ ਮੁਲਾਜ਼ਮ ਨੇ, 12 ਰਹਿ ਗਏ। ਹੁਣ ਜਦੋਂ 12 ਦੇ ਉੱਪਰ ਵੀ ਤਸ਼ੱਦਦ ਹੋਇਆ, ਉਹ ਵੀ ਛੱਡ ਕੇ ਖਹਿੜਾ, ਤੇ ਮੁਲਾਜ਼ਮ ਤੇ ਉਹਨਾਂ ਦਾ ਆਪਣਾ ਤਨਖਾਹਦਾਰ ਹੈ, ਜਦੋਂ ਮਰਜ਼ੀ ਬੰਦ ਕਰ ਦੇਣਗੇ। ਇਸ ਤਰੀਕੇ ਨਾਲ ਘਟਾ ਕੇ ਜਦੋਂ ਇਹਨਾਂ ਦੇ ਪ੍ਰਚਾਰਕ ਲੱਗੇ ਆ ਨਾ, ਜਿਸ ਮਾਈਕ ਤੋਂ ਆਵਾਜ਼ ਆ ਨਾ, ਉਹ ਆਵਾਜ਼ ਵੀ ਬੰਦ ਕਰ ਦਿੱਤੀ ਜਾਂਦੀ ਹੈ। ਜਿਵੇਂ ਬਾਹਰ ਜਿਵੇਂ ਸਾਨੂੰ ਐਉਂ ਲੱਗਦਾ ਸੀ ਬਿਨਾਂ ਸਾਊਂਡ ਤੋਂ ਗਾ ਰਹੇ ਹਾਂ। ਹਾਲਾਂਕਿ ਹੁਣ ਇਹਨਾਂ ਦੇ ਹੱਥ ਪ੍ਰਬੰਧ ਆ ਚੁੱਕਾ ਕਰਕੇ ਮਾਈਕ ਦਾ ਸਿਸਟਮ, ਲੀਡ ਟੁੱਟ ਜੇ, ਉਹ ਸਾਰਾ ਕੁਝ ਇਹ ਕਰਦੇ ਨੇ। ਪਹਿਲੋਂ ਜਿਹੜੀ ਅਕਾਲ ਤਖਤ ਸਾਹਿਬ ਤੇ ਢਾਡੀ ਸਿੰਘਾਂ ਵੱਲੋਂ ਸਾਊਂਡ ਚਲਾਈ ਜਾਂਦੀ ਹੈ, ਉਹ ਸਾਊਂਡ ਸਾਡੀ ਆਪਣੀ, ਲੀਡਾਂ ਮਾਈਕ ਸਟੈਂਡ ਸਾਡੇ ਆਪਣੇ ਹੋਇਆ ਕਰਦੇ ਸੀ, ਉਹ ਸਾਡੇ ਆਪਣੇ ਲੱਗੇ, ਜਿਹੜੇ ਹੁਣ ਇਹਨਾਂ ਦੇ ਕਬਜ਼ੇ 'ਚ ਚਲੇ ਗਏ। ਇਹ ਉੱਥੇ ਇੱਕ ਪਰੇਸ਼ਾਨੀ, ਹੁਣ ਅਸੀਂ ਭੁੱਖ ਹੜਤਾਲ ਤੇ ਆ ਗਏ, ਅਸੀਂ ਇਹਨਾਂ ਨੂੰ ਖੂਨ ਦਾ ਪਿਆਲਾ ਦੇ ਦਿੱਤਾ। ਇਹ ਕੋਈ ਸੌਖੀ ਜਿਹੀ ਬਾਤ? ਸਾਨੂੰ ਇਹ ਕੋਈ ਬਿਨਾਂ ਦਰਦ ਤੋਂ ਅਸੀਂ ਆ ਕੇ ਹੋਵਾਂਗੇ? ਸਾਡਾ ਸ਼ੌਂਕ ਹੈ ਕਿ ਅੱਧੀ ਰਾਤ ਨੂੰ ਸਾਰੇ ਪਰਿਵਾਰਾਂ ਦੇ ਦੂਰ ਦੂਰ ਪਿੰਡਾਂ ਤੋਂ ਆਣ ਕੇ ਬੈਠੇ, ਅੱਧੀ ਰਾਤ ਆਪਣਾ ਤਮਾਸ਼ਾ ਵਿਖਾ ਰਹੇ ਵੀ ਸਿੱਖ ਹੀ ਸਿੱਖ ਦਾ ਵੇਰੀ ਬਣਿਆ। ਬੰਦਾ ਕਦੋਂ ਇਸ ਪੋਜੀਸ਼ਨ 'ਚ ਆਉਂਦਾ? ਉਹਨਾਂ ਕੀ ਧੱਕਾ ਹੋ ਰਿਹਾ ਹੋਵੇਗਾ ਨਾ ਵੀ ਅਸੀਂ ਕੈਮਰਿਆਂ ਦੇ ਸਾਹਮਣੇ ਆ ਰਹੇ ਹਾਂ। ਪਹਿਲਾਂ ਤਾਂ ਅਸੀਂ ਇਹਨੂੰ 3 ਸਾਲਾਂ ਤੋਂ 4 ਸਾਲਾਂ ਤੋਂ ਇਹ ਜੰਗ ਲੜ ਰਹੇ ਹਾਂ
ਵੀ ਇਹ ਪੱਕੇ ਤੌਰ ਤੇ ਜਿੱਦਣ ਅਕਾਲ ਤਖਤ ਸਾਹਿਬ ਤੇ ਇਹ ਪ੍ਰਥਾ ਬੰਦ ਹੋ ਗਈ, ਮਤਾਂ ਜਾਣੇ ਕੋ ਤੁਹਾਡੇ ਬੱਚਿਆਂ ਨੂੰ ਇਤਿਹਾਸ ਸੁਣਾ ਜਾਏਗਾ। ਮੱਸਾ ਰੰਗੜ ਇੱਥੇ ਕੰਜਰੀਆਂ ਨੇ ਚਾਹੁੰਦਾ ਸੀ, ਉਹਨੂੰ ਵੱਢਿਆ, ਇਹ ਕੇਵਲ ਢਾਡੀ ਦੇ ਸੇ ਆਇਆ। ਉਹ ਜਿਹੜਾ ਵੱਢਿਆ ਗਿਆ ਹੈ, ਬੇਅਦਬੀ ਕਰਨ ਆਇਆ, ਤੇ ਜਿਸ ਨੂੰ ਰਾਈਟ ਦੇਣਾ ਨਾ ਉਹ ਢਾਡੀਆਂ ਕੋਲ ਹੀ ਹੈ। ਨਹੀਂ ਤੇ ਤੁਸੀਂ ਪਿੱਛੇ ਜੇ ਬੇਅਦਬੀ ਕਾਂਡ ਦੇ ਜਿਹੜੇ ਬਦਲੇ ਲੈ ਗਏ, ਤੁਸੀਂ ਵੇਖਿਆ ਸਾਰੇ ਵਿਰੋਧੀ ਪੱਖ 'ਚ ਚੱਲੇ ਨੇ। ਫਿਰ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਤੀਰ ਨਹੀਂ ਸੀ ਚਲਾਉਣੇ ਚਾਹੀਦੇ, ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤਲਵਾਰ ਨੇਜਾ ਬਰਛਾ ਨਹੀਂ ਸੀ ਚਲਾਉਣਾ ਚਾਹੀਦਾ। ਉਹਨਾਂ ਨੇ ਤੀਰ ਵੀ ਰੱਖੇ, ਚਲਾਏ ਵੀ। ਜੇਕਰ ਉਹਨਾਂ ਨੇ ਇਹ ਕੰਮ ਕੀਤਾ, ਦੂਜੇ ਨੂੰ ਭਾਈ ਕਨ੍ਹਈਏ ਨੂੰ ਵੀ ਭੇਜਿਆ, ਚੱਲ ਪਾਣੀ ਵੀ ਪਿਆ, ਮਲਮ ਪੱਟੀ ਵੀ ਕਰ। ਇਹ ਗੁਰੂ ਭੇਜਣ ਵਾਲਾ, ਪਾਣੀ ਵਾਲਾ ਵੀ ਗੁਰੂ ਦਾ ਭੇਜਿਆ ਹੈ ਤੇ ਤਲਵਾਰ ਵਾਲਾ ਵੀ ਗੁਰੂ ਦਾ ਭੇਜਿਆ ਹੈ। ਤੇ ਜਦੋਂ ਇਹ ਸਿਧਾਂਤ ਇੱਥੋਂ, ਜਿੱਥੋਂ ਢਾਡੀ ਪੈਦਾ ਹੋਇਆ ਹੈ, ਜਿੱਥੋਂ ਢਾਡੀ ਦੀ ਸ਼ੁਰੂਆਤ ਹੋਈ ਹੈ, ਫਿਰ ਲੜਾਈ ਝਗੜਾ ਪਾਉਂਦੇ ਨੇ। ਕਵੀਸ਼ਰਾਂ ਨੂੰ ਵੀ ਸ਼ਹਿ ਦਿੱਤੀ ਹੈ, ਮੁਲਾਜ਼ਮ ਕਵੀਸ਼ਰਾਂ ਦੀ ਇੱਕ ਸਭਾ ਬਣੀ ਹੈ, ਜਿਨ੍ਹਾਂ ਨੇ ਇਹ ਪੱਤਰ ਲੈ ਕੇ ਦਿੱਤਾ, ਸਾਨੂੰ ਅਕਾਲ ਤਖਤ ਸਾਹਿਬ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ। ਢਾਡੀ ਸਾਜ ਦੇ ਨਾਲ ਬੋਲਦੇ ਆ, ਅਕਾਲ ਤਖਤ ਸਾਹਿਬ ਤੇ ਕੇਵਲ ਢਾਡੀ ਪੈਦਾ, ਢਾਡੀ ਸਾਜਿਆ ਗਿਆ ਨਾ। ਤੇ ਜਦੋਂ ਉਹ ਕਵੀਸ਼ਰ ਵੀ ਆਏਗਾ, ਢਾਡੀ ਵੀ ਆਉਣਗੇ, ਇਹਨਾਂ ਦਾ ਤਕਰਾਰ ਹੋਏਗਾ, ਫਿਰ ਕਹਿ ਦਿੱਤਾ ਜਾਵੇਗਾ ਨਾ ਦੋ ਧੜਿਆਂ ਦੇ ਵਿੱਚ ਤਕਰਾਰ, ਲੜਾਈ ਦੇ ਆਸਾਰ ਬਣ ਗਏ, ਜਿਸ ਕਰਕੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਇਹ ਦੀਵਾਨ ਬੰਦ ਕਰਨੇ ਪਏ। ਇਹੋ ਜਿਹੇ ਬਹਾਨੇਬਾਜ਼ੀ ਕਰਕੇ ਇਹ ਦੀਵਾਨ ਬੰਦ ਕਰਨਗੇ।